हरजीत गरेवाल जुड़े ने। गरेवाल साहब किस तरीके नाल वेखदे हो अज भी प्रोटेस्ट किया गया और सीधा सीधा किसान वादा खिलाफी दे इल्जाम ला रहे ने केंद्र सरकार ते। पहली गल तो यह है कि जेडे किसान ने ना जी ये किसानां दी गल ना करो, ये किसान जथेबंदियां ने और ये कुछ सियासत तो प्रेरित भी ने और किसान हित की गल करनी होवे तां ये जिहड़ी कमेटी बनाई है केंद्र ने ये एक्चुअली MSP का कानून बनाने वास्ते कमेटी नहीं है। वो नोटिफिकेशन नु पढ़ लो, ये हैगा MSP जिहड़ी एग्जिस्टिंग MSP आ उस नु ट्रांसपेरेंट बनाउण लई एक तां और दूसरा जिहड़ा हैगा उहदे च खेती दे प्रधानमंत्री जी चाहुंदे आ कि लागत खर्चे जीरो होण ते वो जीरो करनगे तां ही तां लाभ वाली खेती होएगी, नहीं तो नहीं हो सकती क्योंकि लागत खर्चे बढ़ रहे हैं। अगर कीमतां बढ़ा दिंदे आ कंज्यूमर साडे कंट्री च बहुत ज्यादा उन्हां नूं दिक्कत हुंदी है ते वो सारियां चीज़ां ते होर भी इहदे नाल होर कई चीज़ां ने उन्हां ते विचार करन लई ये कमेटी बनाई सी। इहदे च अपने मैंबर भी देण वास्ते तैयार नहीं, कोई रिस्पॉन्सिबिलिटी लैण वास्ते तैयार नहीं। वो तां अलग मैटर है। बंदियां गरेवाल साहब ये कह रही हैं भी साडे नाल वादा कीता सी उस वेले केंद्र सरकार ने कि असीं ਜਿਹੜਾ ਹੈ ਇਸ ਤੇ ਕਾਨੂੰਨੀ ਗਾਰੰਟੀ ਲਈ ਕਮੇਟੀ ਬਣਾਵਾਂਗੇ ਤੇ ਹੁਣ ਵਾਅਦੇ ਤੋਂ ਮੁੱਕਰ ਰਹੇ ਆ। ਵਿਜੇਪਾਲ ਜੀ ਅਸੀਂ ਇੱਕੋ ਗੱਲ ਕਹਿੰਦੇ ਆ ਕਿ ਭਾਈ ਤੁਸੀਂ ਉਸ ਕਮੇਟੀ 'ਚ ਬੈਠੋ, ਉੱਥੇ ਲਿਖ ਕੇ ਇਹ ਚੀਜ਼ ਕਰੋ ਕਿਉਂਕਿ ਉੱਥੇ ਕੋਈ ਵੀ ਚੀਜ਼ ਮੁੱਕਰ ਨਹੀਂ ਸਕਦਾ। ਔਨ ਰਿਕਾਰਡ ਆ ਸਭ ਕੁਝ, ਹਰ ਕਿਸੇ ਦੀ ਗੱਲ ਨੂੰ ਲਿਖਿਆ ਜਾਣਾ। ਸੰਖਿਆ ਜ਼ਿਆਦਾ ਹੋਵੇ ਘੱਟ ਹੋਵੇ ਉਸ ਦੀ ਗੱਲ ਨਹੀਂ ਹੈ, ਜਿਹੜਾ ਉੱਥੇ ਰਿਕਾਰਡ ਤੇ ਆ ਗਿਆ ਉਹ ਸਾਰਿਆਂ ਦੀ ਦੁਨੀਆ ਦੇ ਸਾਹਮਣੇ ਆਉਣਾ ਤੇ ਇਹ ਉੱਥੇ ਜਾ ਕੇ ਇਹ ਆਪਦੀ ਗੱਲ ਤਾਂ ਰੱਖਣ, ਇਹ ਗੱਲ ਰੱਖਣ ਨੂੰ ਹੀ ਤਿਆਰ ਨਹੀਂ ਹੈਗੇ। ਇਹ ਤਾਂ ਇੱਕ ਮਤਲਬ ਧੱਕਾ ਕਰਨ ਵਾਲੀ ਗੱਲ ਆ, ਹੋਰ ਕੁਛ ਨਹੀਂ ਹੈ, ਜਾਂ ਇੱਕ ਮਾਹੌਲ ਖਰਾਬ ਕਰਨ ਵਾਲੀ ਗੱਲ ਆ। ਉਹ ਕਹਿੰਦੇ ਨਾ ਇਹ ਇਸ ਤਰ੍ਹਾਂ ਦੇ ਗੱਲਾਂ ਕਰਕੇ ਲੋਕਾਂ ਨੂੰ ਕਿਸਾਨ ਦਾ ਮੋਢਾ ਲੱਭ ਕੇ ਸਰਕਾਰ ਦਾ ਚਿਹਰਾ ਖਰਾਬ ਕਰਨ ਵਾਲੀ ਗੱਲ ਆ। ਸਰਕਾਰ ਜਿਹੜੀ ਆ ਉਹ ਸਭ ਕੁਝ ਕਰਨ ਨੂੰ ਤਿਆਰ ਆ, ਕਿਸਾਨ ਹਿੱਤ 'ਚ ਤਾਂ ਹੀ ਗੱਲ ਹੋਊ ਜੇ ਉਹਨਾਂ ਨਾਲ ਬੈਠ ਕੇ ਚਰਚਾ ਕਰੋਗੇ, ਉਹ ਕਰਨ ਨੂੰ ਇਹ ਤਿਆਰ ਨਹੀਂ ਹੈਗੇ। ਇਹ ਇਸ ਕਰਕੇ ਜਿਵੇਂ MSP ਦੀ ਟਰਾਂਸਪੇਰੈਂਸੀ ਕੀ ਆ ਕਿ MSP ਦੀ ਖਰੀਦ ਜਿਹੜੀ ਆ ਉਹ ਦੇਰ ਨਾਲ ਸ਼ੁਰੂ ਹੁੰਦੀ ਹੈ। MSP 6 ਮਹੀਨੇ ਪਹਿਲਾਂ ਅਨਾਉਂਸ ਕਰ ਦਿੰਦੇ ਆ। ਜਦੋਂ ਦੇਰ ਨਾਲ ਸ਼ੁਰੂ ਹੁੰਦੀ ਹੈ ਕਿਸਾਨ ਕਰਜ਼ੇ ਹੇਠ ਦਬਿਆ ਹੁੰਦਾ, ਸਰਕਾਰੀ ਅਧਿਕਾਰੀ ਪੋਲੀਟੀਸ਼ੀਅਨ ਤੇ ਵਪਾਰੀ ਮਿਲ ਕੇ ਹਜ਼ਾਰਾਂ ਕਰੋੜ ਦੀ ਲੁੱਟ ਕਰ ਲੈਂਦੇ ਆ। ਤੇ ਦੂਸਰੀ ਗੱਲ ਜਿਹੜੀ ਆ ਜਿਹੜੇ ਕਿਸਾਨ ਸੁਸਾਈਡ ਫਾਰਮਰ ਸੁਸਾਈਡ ਵਿਕਟਮ ਫੈਮਲੀਜ਼ ਨੇ ਉਹਨਾਂ ਤੇ ਇਹਨਾਂ ਗੱਲਾਂ ਦਾ ਕੋਈ ਪ੍ਰਭਾਵ ਨਹੀਂ ਪੈਣਾ। ਉਹਦਾ ਕਾਰਨ ਇਹ ਆ ਕਿ ਉਹਨਾਂ ਕੋਲ ਨਾ ਤਾਂ ਵਿਚਾਰਿਆਂ ਕੋਲ 2-2 ਬਿੱਗੇ ਜ਼ਮੀਨ ਆ, ਉਹਦੇ 'ਚ ਤੁਸੀਂ MSP ਦੇ ਦਿਓ ਨਾ ਦੇ ਦਿਓ, ਉਹਨਾਂ ਲਈ ਅਲੱਗ ਤੋਂ ਨੀਤੀ ਬਣਨੀ ਚਾਹੀਦੀ ਆ। ਉਹਨਾਂ ਨੂੰ ਸਹਾਇਕ ਧੰਦੇ ਕਿਹੜੇ ਦੇਣੇ ਆ, ਉਹਨਾਂ ਦੇ ਪਰਿਵਾਰ 'ਚ ਕੋਈ ਕਮਾਈ ਵਾਲਾ ਹੈ ਨਹੀਂਗਾ, ਉਹਦਾ ਕੀ ਕਰਨਾ। ਤੁਸੀਂ ਬਣੇ ਰਹਿਣਾ। गरेवाल ਸਾਹਿਬ ਸਾਡੇ ਨਾਲ ਡੱਲੇਵਾਲ ਸਾਹਿਬ ਜੁੜ ਗਏ ਨੇ, ਜਗਜੀਤ ਸਿੰਘ ਡੱਲੇਵਾਲ। ਡੱਲੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਸਾਡੇ ਨਾਲ गरेवाल ਸਾਹਿਬ ਜੁੜੇ ਸੀ, ਮੈਂ ਗੱਲ ਕਰ ਰਿਹਾ, ਜੁੜੇ ਹੋਏ ਨੇ ਆਪਣੇ ਨਾਲ। ਇਹ ਅੱਜ ਦੀ ਜਿਹੜਾ ਪ੍ਰੋਟੈਸਟ ਹੈ ਜੋ ਅੱਜ ਜਥੇਬੰਦੀਆਂ ਨੇ ਕੀਤਾ ਹੈ, ਸਾਰੀਆਂ 31 ਜਥੇਬੰਦੀਆਂ ਜਾਂ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਕਿ ਕੇਂਦਰ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਤੇ ਹੁਣ ਵਾਅਦਾ ਖਿਲਾਫੀ ਕੀਤੀ ਜਾ ਰਹੀ ਹੈ, ਤੁਸੀਂ ਤੁਹਾਡਾ ਕੀ ਇਸ ਤੇ ਵਿਊ ਪੁਆਇੰਟ ਹੈ? ਹੈਲੋ ਹਾਂਜੀ ਹੈਲੋ ਮੇਰੀ ਆਵਾਜ਼ ਮਿਲ ਪਾ ਰਹੀ ਹੈ ਡੱਲੇਵਾਲ ਸਾਹਿਬ? ਆਵਾਜ਼ ਤੁਹਾਡੀ ਨਹੀਂ ਆ ਰਹੀ, ਠੀਕ ਆਵਾਜ਼ ਨਹੀਂ ਆ ਰਹੀ। ਅੱਛਾ ਚਲੋ ਕੋਸ਼ਿਸ਼ ਕਰਦੇ ਹਾਂ, ਜੇ 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 ਮੇਰੀ ਆਵਾਜ਼ ਤੁਹਾਨੂੰ ਮਿਲ ਪਾ ਰਹੀ ਹੈ ਤਾਂ ਮੇਰਾ ਸਵਾਲ ਇਹ ਸੀ, ਚਲੋ ਕੋਸ਼ਿਸ਼ ਕਰਾਂਗੇ ਦੁਬਾਰਾ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਗੱਲਬਾਤ ਕਰਨ ਦੀ। गरेवाल ਸਾਹਿਬ ਸਾਡੇ ਨਾਲ ਜੁੜੇ ਹੋਏ ਨੇ। गरेवाल ਸਾਹਿਬ ਅੱਜ ਦੇ ਪ੍ਰੋਟੈਸਟ ਨੂੰ ਕਿਵੇਂ ਦੇਖਦੇ ਹੋ? ਦੇਖੋ ਮੈਂ ਸਮਝਦਾ ਕਿ ਇਹ ਪ੍ਰੋਟੈਸਟ ਕਰਨ ਦੀ ਜ਼ਰੂਰਤ ਨਹੀਂ ਹੈ। ਜ਼ਰੂਰਤ ਉਦੋਂ ਹੁੰਦੀ ਹੈ ਜਦੋਂ ਸਰਕਾਰ ਤੁਹਾਨੂੰ ਗੱਲਬਾਤ ਦਾ ਸੱਦਾ ਨਾ ਦੇਵੇ, ਤੇ ਗੱਲਬਾਤ ਦਾ ਸੱਦਾ ਤਾਂ ਤੁਹਾਨੂੰ ਕਮੇਟੀ 'ਚ ਕਿਹਾ ਕਿ ਆਪਣੇ 3 ਮੈਂਬਰ ਭੇਜੋ, ਤੇ ਇਹ ਨਾ ਤਾਂ ਮੈਂਬਰ ਭੇਜਦੇ ਆ ਨਾ ਉੱਥੇ ਗੱਲ ਕਰਨ ਲਈ ਤਿਆਰ ਨੇ। ਇਹ ਉੱਥੇ ਆਪਣੀ ਗੱਲ ਰੱਖ ਸਕਦੇ ਆ ਸਰਕਾਰ ਦੇ ਸਾਹਮਣੇ, ਤੇ ਜਦੋਂ ਗੱਲ ਰੱਖਣਗੇ ਤਾਂ ਉਹਦਾ ਕੋਈ ਨਾ ਕੋਈ ਰਿਜ਼ਲਟ ਜਾਂ ਕੋਈ ਨਾ ਕੋਈ ਜਵਾਬ ਆਏਗਾ। ਫਿਰ ਆ ਜਿਹੜੇ ਸੁਸਾਈਡ ਫਾਰਮਰ ਸੁਸਾਈਡ ਵਿਕਟਮ ਫੈਮਲੀਜ਼ ਨੇ ਇਹਨਾਂ ਦੇ ਲਈ ਅਲੱਗ ਤੋਂ ਪਾਲਿਸੀ ਬਣਾਉਣ ਦੀ ਉੱਥੇ ਗੱਲ ਕਰ ਸਕਦੇ ਆ। ਉਹ ਉਹਨਾਂ ਦੀ ਐਸੀ ਬੁਰੀ ਹਾਲਤ ਆ ਕਿ ਇੱਕ ਦੇਸ਼ ਦੇ 2 ਦੇਸ਼ ਤੁਸੀਂ ਦੇਖ ਸਕਦੇ ਹੋ ਉੱਥੇ, ਇੱਕ ਭਾਰਤ ਤੇ ਇੱਕ ਇੰਡੀਆ। ਜਿਹਦੇ 'ਚ ਅਸੀਂ ਰਹਿੰਦੇ ਆ ਉਹਨੂੰ ਅਸੀਂ ਇੰਡੀਆ ਹੀ ਕਹਿ ਸਕਦੇ ਹਾਂ। ਭਾਰਤ 'ਚ ਉਹ ਗਰੀਬ ਰਹਿੰਦੇ ਆ, ਉਹਨਾਂ ਦੇ 2 ਕਮਰੇ ਦੀ ਛੱਤ ਆ, 1 ਕਮਰੇ ਦੀ ਛੱਤ ਟੁੱਟੀ ਹੋਈ ਆ, ਪੱਖਾ ਵੀ ਇਸ ਗਰਮੀ 'ਚ ਕਈਆਂ ਦੇ ਹੈ ਨਹੀਂ, TV ਤਾਂ ਕਿੱਥੋਂ ਹੋਣਾ। ਐਸੀ ਹਾਲਤ ਆ, ਕਹਿੰਦੇ ਅਸੀਂ ਉਹਨੂੰ ਕਿਸਾਨ ਫੈਮਿਲੀ ਆ, ਪਰ ਉਹਨਾਂ ਦਾ ਸ਼ਾਮ ਨੂੰ ਰੋਟੀ ਖਾ ਲੈਂਦੇ ਆ, ਸਵੇਰੇ ਮਿਲੇਗੀ ਜਾਂ ਨਹੀਂ ਮਿਲੇਗੀ ਪਤਾ ਨਹੀਂ। ਉਹਦੇ ਲਈ ਇਹਨਾਂ ਨੂੰ ਕਿਸਾਨ ਸੰਗਠਨਾਂ ਨੂੰ ਚਿੰਤਾ ਨਹੀਂ ਹੈ। ਉਹ ਵੌਇਸਲੈਸ ਨੇ, ਉਹ ਆਰਮਲੈਸ ਨੇ, ਉਹਨਾਂ ਦੀ ਜ਼ੁਬਾਨ 'ਚ ਦਮ ਨਹੀਂ ਰਿਹਾ ਗਰੀਬੀ ਦੀ ਵਜ੍ਹਾ ਕਰਕੇ, ਔਰ ਉਹਨਾਂ ਦੇ ਬਾਜੂਆਂ 'ਚ ਦਮ ਨਹੀਂ ਰਿਹਾ। ਉਹਨਾਂ ਦੇ ਲਈ ਚਰਚਾ ਕਰਨ ਦੀ ਜ਼ਰੂਰਤ ਹੈ, ਇਹਨਾਂ ਨੂੰ ਕਿਉਂ ਨਹੀਂ ਕਰਦੇ ਉਹਦੇ ਲਈ? ਠੀਕ। ਡੱਲੇਵਾਲ ਸਾਹਿਬ ਫਿਰ ਜੁੜੇ ਨੇ। ਡੱਲੇਵਾਲ ਸਾਹਿਬ ਮੇਰੀ ਆਵਾਜ਼ ਠੀਕ ਆ ਰਹੀ ਹੈ?
ਡੱਲੇਵਾਲ ਜੀ? हाँ जी हाँ हमारी है बोलिए। ਅੱਛਾ, ਮੈਂ ਇਹ ਪੁੱਛਣਾ ਚਾਹ ਰਿਹਾ ਸੀ, ਗਰੇਵਾਲ ਸਾਹਿਬ ਜੁੜੇ ਨੇ, ਵਾਰ-ਵਾਰ ਬੀਜੇਪੀ ਇਹ ਕਹਿ ਰਹੀ ਹੈ ਕਿ ਤੁਸੀਂ ਆਪਣੇ ਮੈਂਬਰ ਹੀ ਨਹੀਂ ਦੇ ਰਹੇ। ਅੱਜ ਦਾ ਪ੍ਰੋਟੈਸਟ, ਉਹ ਕਹਿੰਦੇ ਪ੍ਰੋਟੈਸਟ ਤੇ ਇਸ ਲਈ ਹੁੰਦਾ ਵੀ ਜੇ ਸਰਕਾਰ ਮੰਨ ਨਾ ਰਹੀ ਹੋਵੇ, ਉਹ ਤੇ ਇਹਨਾਂ ਨੇ ਕਿਹਾ ਵੀ ਆਪਦੇ 3 ਬੰਦੇ ਦੇ ਦਿਓ, ਪਰ ਜਥੇਬੰਦੀਆਂ ਹੀ ਆਪਣੇ ਬੰਦੇ ਨਹੀਂ ਦੇ ਰਹੀਆਂ ਜਾਂ ਆਪਣੀ ਗੱਲ ਨਹੀਂ ਰੱਖਣਾ ਚਾਹੁੰਦੀਆਂ। ਕੀ ਕਹਿਣਾ ਤੁਹਾਡਾ ਇਸ ਬਾਰੇ? देखो गल ये है ਜੀ गरेवाल साहब ਨੂੰ ਵੀ ਚੰਗੀ ਤਰ੍ਹਾਂ ਪਤਾ ਕੋਈ ਇਹ ਨਹੀਂ ਹੈ ਵੀ ਇਹਨਾਂ ਨੂੰ ਕੋਈ ਪਤਾ ਨਹੀਂ। ਹਾਂਜੀ ਲਗਾਤਾਰ ਬੀਜੇਪੀ ਜਿਹੜੀਆਂ ਮਤਲਬ ਲੰਬੜ ਚਾਲਾਂ ਜਾਂ ਮਤਲਬ ਚੁਸਤੀਆਂ ਚਲਾਕੀਆਂ ਮੋਰਚੇ ਦੇ ਦੌਰਾਨ ਵੀ ਕਰਦੀ ਰਹੀ ਹੈ। ਤੁਸੀਂ ਦੇਖਿਆ ਹੋਗਾ, ਤੁਹਾਡੇ ਯਾਦ ਹੋਏਗਾ ਇੱਕ ਵਾਰੀ ਉਹਨਾਂ ਨੇ ਸੁਪਰੀਮ ਕੋਰਟ ਦੀ ਕਮੇਟੀ ਦੀ ਗੱਲ ਵੀ ਚੱਲੀ ਸੀ ਜੀ, ਔਰ ਉਹ ਜਿਹੜੇ ਬੰਦੇ ਸੁਪਰੀਮ ਕੋਰਟ ਦੀ ਕਮੇਟੀ 'ਚ ਪਾਏ ਸੀ ਉਹ ਸਾਰੇ ਉਹ ਬੰਦੇ ਸੀ ਜਿਹੜੇ WTO ਦੇ ਹਮਾਇਤੀ ਦੇ ਨਾਲ ਕਾਨੂੰਨਾਂ ਦੇ ਪੱਖ 'ਚ ਖੜਦੇ ਰਹੇ ਨੇ। ਹੁਣ ਆ ਗਈ ਗੱਲ ਇਸ ਕਮੇਟੀ ਦੀ ਗੱਲ, ਅਸੀਂ ਇਹਨਾਂ ਨੂੰ ਬਾਰ-ਬਾਰ ਰਿਕੁਐਸਟ ਕਰ ਚੁੱਕੇ ਆ ਸਰਕਾਰ ਨੂੰ ਤੇ ਸਾਨੂੰ ਟਰਮਸ ਐਂਡ ਰੈਫਰੈਂਸਿਸ ਦਿਓ ਜੀ, ਸਾਨੂੰ ਪਤਾ ਤਾਂ ਲੱਗੇ ਕਿ ਕਮੇਟੀ ਕਿਹੋ ਜੀ ਹੋਏਗੀ, ਕਮੇਟੀ ਕਰੇਗੀ ਕੀ। ਅੱਛਾ, ਇਹਨਾਂ ਨੇ ਸਾਨੂੰ ਬਾਰ-ਬਾਰ ਲੈਟਰ ਲਿਖਣ ਦੇ ਬਾਵਜੂਦ ਵੀ ਉਹ ਨਹੀਂ ਦਿੱਤੇ, ਤੇ ਜੇ ਉਹ ਨਹੀਂ ਦਿੱਤੇ ਤਾਂ ਹੁਣ ਇਹਨਾਂ ਦੀ ਜਿਹੜਾ ਨੋਟੀਫਿਕੇਸ਼ਨ ਕਰਦਾ, ਨੋਟੀਫਿਕੇਸ਼ਨ ਦੇ ਵਿੱਚ ਇਹਨਾਂ ਨੇ ਕਲੀਅਰ ਕਰਤਾ, ਕਿਤੇ ਇੱਕ ਲਾਈਨ ਨਹੀਂ ਵਿੱਚ ਲਿਖੀ ਜੀ ਕਿ ਇਹ ਜਿਹੜੀ ਕਮੇਟੀ ਹੋਏਗੀ ਇਹ MSP ਦੀ ਗਰੰਟੀ ਦਾ ਕਾਨੂੰਨ ਬਣਾਉਣ ਲਈ ਕੰਮ ਕਰੇਗੀ, ਇਹ ਨਹੀਂ ਕਿਤੇ ਲਿਖਿਆ। ਹੁਣ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਤੁਸੀਂ ਤਾਂ ਮੇਰੇ ਨਾਲੋਂ ਵੱਧ ਸਮਝ ਰੱਖਦੇ ਹੋ, गरेवाल ਸਾਹਿਬ ਸਿਆਣੇ ਨੇ, ਪੜ੍ਹੇ ਲਿਖੇ ਲੀਡਰ ਨੇ ਜੀ, ਇਹਨਾਂ ਨੂੰ ਇਹ ਪਤਾ ਇਸ ਗੱਲ ਦਾ ਕਿ ਜਿਹੜਾ ਨੋਟੀਫਿਕੇਸ਼ਨ ਜੇ ਲਿਖਿਆ ਹੀ ਨਹੀਂ ਕਿ ਇਹ ਕਿਸਾਨਾਂ ਲਈ MSP ਦੀ ਗਰੰਟੀ ਦਾ ਕਾਨੂੰਨ ਬਣਾਉਣ ਤੇ ਕੰਮ ਕਰੇਗੀ, ਅਸੀਂ ਕਾਨੂੰਨੀ ਗਰੰਟੀ ਦੇਣ ਲਈ ਬਣਾਈ ਨਹੀਂ। ਮੈਂ ਅਗਲੀ ਮੇਰੀ ਗੱਲ ਤਾਂ ਪੂਰੀ ਹੋਣ ਦੇਣਾ ਜੀ। ਹਾਂਜੀ, ਅੱਛਾ, ਹੁਣ ਉਹ ਕਮੇਟੀ ਦੇ ਵਿੱਚੋਂ ਕੀ ਨਿਕਲੇਗਾ ਜੀ? ਇਹਦੇ ਚੋਂ ਗਰੰਟੀ ਦਾ ਕਾਨੂੰਨ ਬਣਨਾ ਹੀ ਨਹੀਂ, ਇੱਕ ਗੱਲ। ਨੰਬਰ 2, ਰਹਿੰਦਾ ਸਭ ਤੋਂ ਮਾਣਯੋਗ ਸਾਡੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਜੀ ਉਹ ਇਹਦੇ ਨੋਟੀਫਿਕੇਸ਼ਨ ਤੋਂ ਚੌਥੇ ਦਿਨ ਬਿਆਨ ਦੇ ਕੇ ਕੱਢਤਾ ਕਿ ਅਸੀਂ ਕਦੇ ਵੀ ਇਹਨਾਂ ਨੂੰ MSP ਦੀ ਗਰੰਟੀ ਦਾ ਕਾਨੂੰਨ ਬਣਾਉਣ ਲਈ ਸਹਿਮਤੀ ਨਹੀਂ ਦਿੱਤੀ, ਕਦੇ ਅਸੀਂ ਕਿਹਾ ਹੀ ਨਹੀਂ। ਤੇ ਰੌਲਾ ਤਾਂ ਸਾਡਾ MSP ਦੀ ਗਰੰਟੀ ਦਾ ਕਾਨੂੰਨ ਲੈਣ ਦਾ। ਅਗਲੀ ਗੱਲ, ਮੈਂ ਮਾਣਯੋਗ ਸਾਡੇ ਪ੍ਰਧਾਨ ਮੰਤਰੀ ਜੀ ਜਾਂ ਸਾਡੇ ਸਤਿਕਾਰਯੋਗ ਵੀਰ ਹੈ ਜੀ, ਜੀ, ਮੈਂ ਇਹਨਾਂ ਨੂੰ ਇਹ ਗੱਲ ਪੁੱਛਣੀ ਚਾਹਣਾ ਕਿ ਜਿਸ ਵੇਲੇ ਸਾਡੇ ਅੱਜ ਦੇ ਪ੍ਰਧਾਨ ਮੰਤਰੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸੀ, ਇਹਨਾਂ ਦੀ ਚੇਅਰਮੈਨਸ਼ਿਪ ਦੇ ਥੱਲੇ ਇੱਕ ਕਮੇਟੀ ਬਣੀ ਸੀ ਔਰ ਉਹਦੀ ਰਿਕਮੈਂਡੇਸ਼ਨ ਪਈ ਹੈ ਕਿ MSP ਦੀ ਗਰੰਟੀ ਦਾ ਕਾਨੂੰਨ ਕਿਸਾਨਾਂ ਨੂੰ ਦਿੱਤਾ ਜਾਵੇ। ਮੈਂ ਕਹਿੰਦਾ ਇਹੀ ਰਿਕਮੈਂਡ ਕਰਨ ਵਾਲੇ ਨੇ, ਇਹਨਾਂ ਦੀ ਸਿਫਾਰਿਸ਼ ਹੈ, ਇਹੀ ਅੱਜ ਪਾਵਰ 'ਚ ਨੇ ਲਾਗੂ ਕਰਨ ਵਾਲੇ, ਉਹ ਲਾਗੂ ਕਰ ਦੇਣ, ਗੱਲ ਮੁੱਕੀ, ਕਹਾਣੀ ਖਤਮ, ਸਾਡੇ ਰੌਲੇ ਨਹੀਂ ਕੋਈ ਰਹਿੰਦਾ। ਕਮੇਟੀ ਠੀਕ ਹੈ, ਜਵਾਬ ਲੈ ਲਈਏ ਆਪਾਂ ਜੁੜ ਜੀ। ਡੱਲੇਵਾਲ ਸਾਹਿਬ ਬਹੁਤ ਸੂਝਵਾਨ ਨੇ। ਮੈਂ ਇੱਕ ਚੀਜ਼ ਕਹਿਣਾ, ਇਹ ਕਹਿੰਦੇ ਆ ਵੀ ਕਮੇਟੀ ਦੇ ਬਾਰੇ ਕੀ ਕਮੇਟੀ ਹੈ, ਉਹਦੇ ਟਰਮਸ ਕੀ ਨੇ, ਉਹਦਾ ਨੋਟੀਫਿਕੇਸ਼ਨ ਬਕਾਇਦਾ ਆ ਚੁੱਕਿਆ ਭਾਰਤ ਸਰਕਾਰ ਦਾ, ਔਰ ਉਹ ਨੋਟੀਫਿਕੇਸ਼ਨ ਦੀ ਕਾਪੀ ਵੈਸੇ ਤਾਂ ਵਿਜੇਪਾਲ ਜੀ ਤੁਹਾਡੇ ਕੋਲ ਵੀ ਹੋਣੀ ਹੈ, ਮੈਂ ਤੁਹਾਨੂੰ ਭੇਜ ਦਿੰਦਾ, ਤੁਸੀਂ ਡੱਲੇਵਾਲ ਸਾਹਿਬ ਨੂੰ ਸਾਰਿਆਂ ਕੋਲ ਹੀ ਹੈ ਜੀ। ਉਹ ਤਾਂ ਕਹਿ ਰਹੇ ਆ ਵੀ ਉਹਦੇ ਚ ਇੱਕ ਮਿੰਟ ਗੱਲ ਸੁਣ ਲਓ ਕਿ ਉਹਦੇ ਚ ਖੇਤੀ ਦੇ ਲਾਗਤ ਖਰਚੇ ਜ਼ੀਰੋ ਹੋਣ, ਔਰ ਜਦੋਂ ਇਨਪੁਟਸ ਜ਼ੀਰੋ ਹੋ ਜਾਣਗੀਆਂ ਤਾਂ ਲਾਭ ਵਾਲੀ ਖੇਤੀ ਆਪਣੇ ਆਪ ਹੋਏਗੀ। ਉਹਦੇ ਤੇ ਵਿਚਾਰ ਕੀ ਇਹ ਕਰਨਾ ਚਾਹੁੰਦੇ ਆ ਜਾਂ ਨਹੀਂ, ਉਹ ਜ਼ਰੂਰੀ ਹੈ ਜਾਂ ਨਹੀਂ। ਦੂਸਰਾ, ਜਿਹੜੀ ਇਸ ਵੇਲੇ MSP ਲਾਗੂ ਆ ਉਹ ਜਾਰੀ ਰਹੇਗੀ, ਔਰ ਉਹਨੂੰ ਟਰਾਂਸਪੇਰੈਂਟ ਕਿੱਦਾਂ ਬਣਾਇਆ ਜਾਵੇ, ਉਹਦੇ ਜਿਹੜੀਆਂ ਖਾਮੀਆਂ ਨੇ ਕਿਵੇਂ ਦੂਰ ਕੀਤੀਆਂ ਜਾਣ, ਉਹ ਵੀ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ। ਉਹਦੇ 'ਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ। ਉਹਦੇ 'ਚ ਕੀ ਹੈ, ਇੱਕ ਬੜੀ ਗੱਲ, ਕਿਸਾਨ ਨੂੰ ਉਹਦੀ ਪੈਦਾਵਾਰ ਦੀ ਕੀਮਤ ਠੀਕ ਕਿਉਂ ਨਹੀਂ ਮਿਲਦੀ? ਅੱਜ ਜ਼ਰੂਰਤਾਂ ਬਦਲ ਰਹੀਆਂ ਨੇ। ਪ੍ਰਧਾਨ ਮੰਤਰੀ ਜੀ ਦੀ ਇੱਛਾ ਹੈਗੀ ਆ ਕਿ ਇਹ ਸਾਰੇ ਕਿਸਾਨ ਬੈਠ ਕੇ ਵਿਚਾਰ ਕਰਨ ਅਧਿਕਾਰੀਆਂ ਨਾਲ ਕਿ ਸਪਲਾਈ ਐਂਡ ਡਿਮਾਂਡ, ਜਦੋਂ ਤੱਕ ਖੇਤੀ ਉਹਦੇ ਤੇ ਨਿਰਭਰ ਨਹੀਂ ਕਰੇਗੀ ਉਦੋਂ ਤੱਕ ਮੰਡੀ ਦੀ ਵਿਵਸਥਾ ਠੀਕ ਨਹੀਂ ਹੋਏਗੀ, ਤੇ ਉਹ ਜ਼ਰੂਰਤਾਂ ਦੇ ਮੁਤਾਬਕ ਬੀਜੀ ਜਾਵੇ
ਤਾਂ ਉਹਦੇ ਲਈ ਕੀ ਜ਼ਰੂਰੀ ਹੈ ਵਿਚਾਰ ਕਰਨਾ ਜਾਂ ਨਹੀਂ। ਇਹ ਸਾਰੀਆਂ ਚੀਜ਼ਾਂ ਚਾਹੇ MSP ਲਾਗੂ ਵੀ ਹੋ ਜੇ, ਸਭ ਕੁਝ ਹੋ ਜੇ, ਹੋਰ MSP ਵੀ ਆ ਜੇ, ਜਦੋਂ ਤੱਕ ਇਹ ਚੀਜ਼ਾਂ ਨਹੀਂ ਹੋਣਗੀਆਂ ਉਦੋਂ ਤੱਕ ਲਾਭ ਵਾਲੀ ਖੇਤੀ ਨਹੀਂ ਹੋਏਗੀ। ਜਿੰਨੀ ਮਰਜ਼ੀ ਕੀਮਤ ਵਧਾ ਲਓ, ਲਾਗਤ ਖਰਚੇ ਜ਼ੀਰੋ ਨਹੀਂ ਹੋਣਗੇ। ਤਾਂ ਡੱਲੇਵਾਲ ਸਾਹਿਬ ਨੂੰ ਮੈਂ ਇਹੀ ਪੁੱਛਦਾ ਕਿ ਇਹ ਚੀਜ਼ਾਂ ਕਰਨ ਲਈ ਡੱਲੇਵਾਲ ਸਾਹਿਬ ਜਾਂ ਬਾਕੀ ਕਿਸਾਨ ਸੰਗਠਨ ਜਿਹੜੇ ਆ ਉਹ ਚਾਹੁੰਦੇ ਆ ਕਿ ਇਹਦੇ ਤੇ ਕੋਈ ਚਰਚਾ ਹੋਵੇ ਜਾਂ ਨਾ ਹੋਵੇ। ਜੇ ਚਰਚਾ ਚਾਹੁੰਦੇ ਆ ਤਾਂ ਉਹਦੇ 'ਚ ਆਪਣੇ ਮੈਂਬਰ ਦੇਣ। ਚਾਹੁੰਦੇ ਹੋ ਡੱਲੇਵਾਲ ਸਾਹਿਬ, ਤੁਸੀਂ ਚਾਹੁੰਦੇ ਹੋ ਕਿ MSP ਤੋਂ ਇਲਾਵਾ ਵੀ ਬਾਕੀ ਚੀਜ਼ਾਂ ਦੀ ਚਰਚਾ? ਰੁਕਿਓ ਜੀ, ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਗਰੇਵਾਲ ਸਾਹਿਬ ਨੂੰ ਕਿ ਹਾਲਾਂਕਿ ਇਹ ਆਪ ਜ਼ਮੀਨ ਜਾਇਦਾਦ ਵਾਲੇ ਨੇ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜ਼ੀਰੋ ਬਜਟ ਦੇ ਉੱਤੇ ਖੇਤੀ ਹੋ ਸਕਦੀ ਹੈ। ਜ਼ੀਰੋ ਬਜਟ ਖੇਤੀ ਹੁੰਦੀ ਨਹੀਂ ਕਦੇ। ਉਹਨੂੰ ਵਾਹੁਣਾ ਹੈ, ਉਹਦੇ 'ਚ ਬੀਜ ਪਾਉਣਾ ਹੈ, ਉਹਦੇ 'ਚ ਖਾਦ ਪਾਉਣੀ ਹੈ। ਉਹਨੂੰ ਬਹੁਤ ਕੀ ਕਰਾਂਗੇ ਤੁਸੀਂ ਜ਼ੀਰੋ ਬਜਟ ਖੇਤੀ ਦੇ ਵਿੱਚ ਵੱਧ ਤੋਂ ਵੱਧ ਇਹਦੇ 'ਚ ਖਾਦਾਂ ਘੱਟ ਪਾ ਦਿਓ, ਇਹਦੇ 'ਚ ਸਪਰੇਹਾਂ ਘੱਟ ਕਰ ਦਿਓ, ਇਹੋ ਜਿਹਾ ਕੁਛ ਹੀ ਹੋਊਗਾ ਨਾ। ਸਵਾਲ ਇਸ ਗੱਲ ਦਾ ਨਹੀਂ ਹੈ, ਅਸੀਂ ਐਗਰੀ ਇਹਨਾਂ ਗੱਲਾਂ ਨਾਲ ਕਿ ਕਿਸਾਨ ਦਾ ਖਰਚਾ ਕਰੇ ਘੱਟ। ਸਵਾਲ ਤਾਂ ਇਹ ਵੀ ਅਸੀਂ ਸਾਡੀ ਲੜਾਈ ਸੀ MSP ਦੀ ਗਰੰਟੀ ਦਾ ਕਾਨੂੰਨ ਬਣਵਾਉਣਾ, ਤੇ ਉਹਦੇ ਲਈ ਸਰਕਾਰ ਦੀ ਕਮਿਟਮੈਂਟ ਸੀ ਵੀ ਅਸੀਂ ਕਮੇਟੀ ਬਣਾਵਾਂਗੇ ਔਰ ਉਹ ਗਰੰਟੀ ਦਾ ਕਾਨੂੰਨ ਬਣਾਏਗੀ। ਅੱਜ ਸਰਕਾਰ ਨੇ ਆਪਦੇ ਨੋਟੀਫਿਕੇਸ਼ਨ ਦੇ ਵਿੱਚ ਕਿਤੇ ਇਹ ਗੱਲ ਮੈਂਸ਼ਨ ਨਹੀਂ ਕਿ ਇਹ ਕਮੇਟੀ MSP ਦੀ ਗਰੰਟੀ ਦਾ ਕਾਨੂੰਨ ਬਣਾਉਣ ਤੇ ਕੰਮ ਕਰੇਗੀ। ਜ਼ੀਰੋ ਬਜਟ ਦੀ ਖੇਤੀ ਕਰਨ ਦੇ ਉੱਤੇ ਕੰਮ ਕਰੂਗੀ। ਲੈ ਦੱਸੋ, ਮੰਗ ਰਹੇ MSP ਦੀ ਗਰੰਟੀ ਦਾ ਕਾਨੂੰਨ। ਮੈਂ ਕਹਿੰਦਾ ਕਰਾਂਗੇ, ਬਾਅਦ ਦੇ ਵਿੱਚ ਬਹਿ ਜਾਓ ਤੇ ਵੱਖਰੇ ਇਸ਼ੂ ਦੇ ਉੱਤੇ ਬਹਿ ਕੇ ਗੱਲ ਕੀਤੀ ਜਾ ਸਕਦੀ ਹੈ ਕਿ ਖਰਚਾ ਘਟੇ ਕਿਵੇਂ, ਖੇਤੀ ਦੇ ਖਰਚਾ ਕਿਵੇਂ ਘਟਾਇਆ ਜਾ ਸਕਦਾ ਹੈ। ਬਟ MSP ਦੀ ਗਰੰਟੀ ਦਾ ਕਾਨੂੰਨ ਮਿਲਣੇ ਦੇ ਕਿਸਾਨ ਨੂੰ ਜ਼ਰੂਰੀ ਹੈ ਨਾ। ਰੌਲਾ ਤਾਂ MSP ਦੀ ਗਰੰਟੀ ਦਾ ਕਾਨੂੰਨ ਲੈਣ ਦਾ ਹੈ, ਨਾ ਕਿ ਜ਼ੀਰੋ ਬਜਟ ਵਾਲੇ ਪਾਸੇ ਗੱਲ ਨੂੰ ਤੜਕਾਉਣ ਦਾ। ਸੋ ਇਸ ਕਰਕੇ ਪੋਲੀਟੀਕਲੀ ਗੇਮਾਂ ਨੇ ਜਿਹੜੀਆਂ BJP ਸਾਰੀ ਕੇਂਦਰ ਸਰਕਾਰ ਖੇਡ ਰਹੀ ਹੈ। ਸੋ ਹੁਣ ਇਹ ਹਰਜੀਤ ਗਰੇਵਾਲ ਸਾਹਿਬ ਹੋਰੀ ਇਹ ਉਹਦਾ ਹਿੱਸਾ ਨੇ। ਇਹ ਆਪਦੀ ਸਰਕਾਰ ਦੇ, ਆਪਦੀ ਪਾਰਟੀ ਦੇ ਖਿਲਾਫ ਕਿਵੇਂ ਬੋਲ ਸਕਦੇ ਆ ਜੀ? ਪਾਰਟੀ ਕੁਛ ਮਰਜ਼ੀ ਕਰਕੇ ਭੇਜ ਦੇਵੇ, ਇਹਦੇ ਤਾਂ ਉਸੇ ਤੇ ਇਹਨਾਂ ਨੇ ਜ਼ੋਰ ਦੇ ਜਾਣਾ। ਹੁਣ ਤੱਕ ਇਹ ਜ਼ੋਰ ਦੇਈ ਗਏ ਨੇ ਕਾਨੂੰਨ ਬਹੁਤ ਚੰਗੇ ਆ। ਜਿੱਦਾਂ ਡਿਬੇਟ ਹੁੰਦੀ ਸੀ ਇਸੇ ਗੱਲ ਤੇ ਜ਼ੋਰ ਲੱਗਦਾ ਸੀ, ਕਾਨੂੰਨ ਬਹੁਤ ਚੰਗੇ ਆ ਜੀ, ਕਾਨੂੰਨ ਬਹੁਤ ਚੰਗੇ ਆ। ਸੋ ਆਪਦੀ ਸਰਕਾਰ ਦੇ ਖਿਲਾਫ ਜਾਣਾ ਇਹਨਾਂ ਲਈ ਤੁਸੀਂ ਅੱਜ ਦੇ ਸਰਕਾਰ ਦੇ ਸਗੋਂ ਚਾਹੀਦਾ ਹੈ ਤੁਸੀਂ ਡੱਲੇਵਾਲ ਸਾਹਿਬ ਠੀਕ ਕਰਨਾ। ਅੱਜ ਦੇ ਪ੍ਰਦਰਸ਼ਨ ਨੂੰ ਕਿਸ ਹਿਸਾਬ ਨਾਲ ਦੇਖਦੇ ਹੋ? ਤੁਹਾਡੀ ਜਥੇਬੰਦੀ ਸ਼ਾਇਦ ਸ਼ਾਮਲ ਨਹੀਂ ਹੋਈ ਅੱਜ ਦੇ ਪ੍ਰਦਰਸ਼ਨ 'ਚ, ਕੋਈ ਖਾਸ ਵਜ੍ਹਾ? ਨਹੀਂ, ਸਾਡੀ ਦੇਖੋ ਗੱਲ ਕੀ ਹੈ, ਸਾਡੀ ਜਥੇਬੰਦੀ ਸ਼ਾਮਲ ਹੋਣਾ ਨਾ ਹੋਣਾ ਇਹਦਾ ਮਤਲਬ ਇਹ ਨਹੀਂ ਕਿ ਉਹ ਪ੍ਰੋਟੈਸਟ ਗਲਤ ਹੈ ਜਾਂ ਸਾਡੀ ਸੀ ਮੰਗ ਛੱਡਤੀ। ਅਸੀਂ ਲੜਾਈ ਲੜ ਰਹੇ ਹਾਂ। ਅਸੀਂ 22 ਤਰੀਕ ਨੂੰ ਜੰਤਰ ਮੰਤਰ ਤੇ ਜਾ ਰਹੇ ਹਾਂ ਔਰ ਲੱਖਾਂ ਦੀ ਗਿਣਤੀ 'ਚ ਤੁਸੀਂ ਦੇਖੋਗੇ ਲੋਕ ਉਹਦੇ ਕਿਸਾਨ ਜਾਣਗੇ ਤੇ ਸਾਡੇ ਆਪਦੇ ਮਾੜੇ ਮੋਟੇ ਫਰਕ ਸ਼ਰਕ ਹੋਣ, ਉਹ ਗੱਲ ਵੱਖਰੀ ਹੈ। ਲੇਕਿਨ ਇਹਦਾ ਮਤਲਬ ਇਹ ਥੋੜੀ ਹੈ ਕਿ ਅਸੀਂ ਮੰਗ ਛੱਡਤੀ ਜਾਂ ਅਸੀਂ ਲੜਾਈ ਛੱਡਤੀ। ਅੱਜ ਦੀ ਕਾਲ SKM ਵੱਲੋਂ ਨਹੀਂ ਸੀ? ਅੱਜ ਦੀ ਕਾਲ SKM ਵੱਲੋਂ ਨਹੀਂ ਸੀ? SKM ਵੱਲੋਂ ਕਾਲ ਸੀ ਜਿਹੜੀ ਜੀ, ਮੈਂ ਸਮਝਦਾ ਕਿ SKM ਦਾ ਜਿਹੜਾ ਇੱਕ ਵੱਡਾ ਹਿੱਸਾ ਜਿਹੜਾ ਚਾਹੁੰਦਾ ਸੀ ਕਿ SKM ਨਾਨ ਪੋਲੀਟੀਕਲ ਦਾ ਅਸੀਂ ਹੋਕਾ ਦੇ ਕੇ ਚੱਲੇ ਆ ਔਰ ਉਹ ਨਾਨ ਪੋਲੀਟੀਕਲ ਹੀ ਰੱਖਿਆ ਜਾਏ, ਇਹਨੂੰ ਰਾਜਨੀਤਿਕ ਰੰਗ ਨਾ ਦਿੱਤਾ ਜਾਏ। ਕੁਝ ਲੋਕਾਂ ਨੇ SKM ਨੂੰ ਰਾਜਨੀਤਿਕ ਰੰਗ ਦੇਣ ਦੀ ਕੋਸ਼ਿਸ਼ ਕੀਤੀ ਆ ਔਰ ਅਸੀਂ ਆਪਦੇ ਉਸੇ ਸਿਧਾਂਤ ਤੇ ਜਿਹੜਾ ਸ਼ੁਰੂ ਚ ਲੈ ਕੇ ਚੱਲੇ ਸੀ ਅਸੀਂ ਉਸੇ ਤੇ ਚੱਲ ਰਹੇ ਹਾਂ। ਠੀਕ ਹੈ। ਪਰ ਇਸ ਕਰਕੇ ਸਾਨੂੰ ਉਸ ਦਿਨ ਜਿੱਥੇ ਪਹਿਲੇ ਕਾਲ ਦੇਣ ਦੀ ਗੱਲ ਆ ਰਹੀ ਸੀ ਅਸੀਂ ਵੀ ਇਹ ਕਾਲ ਦੇ ਵਿੱਚ ਹੋ ਸਕਦਾ ਸ਼ਾਮਲ ਹੋ ਜਾਂਦੇ, ਲੇਕਿਨ ਸਾਨੂੰ ਕੰਬੋਜ ਭਾਈਚਾਰੇ ਨੇ ਇੱਕ ਲਿਖਤੀ ਐਪਲੀਕੇਸ਼ਨ ਦਿੱਤੀ ਸੀ ਕਿ ਅੱਜ ਸ਼ਹੀਦ ਊਧਮ ਸਿੰਘ ਜੀ ਦਾ ਦਿਹਾੜਾ ਮਨਾਉਣਾ, ਅਸੀਂ ਕਿਰਪਾ ਕਰਕੇ ਇਸ ਦਿਨ ਦੇ ਉੱਤੇ ਕਿਸੇ ਤਰ੍ਹਾਂ ਦੀ ਰੋਡ ਵਗੈਰਾ ਜਾਂ ਰੇਲਵੇ ਟਰੈਕ ਵਗੈਰਾ ਜਾਮ ਨਾ ਕੀਤਾ ਜਾਏ, ਸਾਨੂੰ ਆਉਣਾ ਜਾਣਾ ਸੌਖਾ ਰਹੇ। ਉਹਨਾਂ ਦੀ ਸੁਵਿਧਾ ਨੂੰ ਧਿਆਨ 'ਚ ਰੱਖ ਕੇ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਉਹਨੂੰ ਧਿਆਨ 'ਚ ਰੱਖ ਕੇ ਅਸੀਂ ਅੱਜ ਸੁਨਾਮ ਦੇ ਨੇੜੇ ਲੌਂਗੋਵਾਲ ਦੇ ਵਿੱਚ ਇੱਕ ਵੱਡਾ ਇਕੱਠ ਕਰਕੇ ਉਹਨਾਂ ਨੂੰ ਅਸੀਂ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਆ। ਪੰਜਾਬ ਔਰ ਹਰਿਆਣੇ ਦੇ ਜਿਹੜਾ ਇਹ ਨਾਨ ਪੋਲੀਟੀਕਲ ਲਾਈਨ ਤੇ ਚੱਲਣ ਵਾਲਾ ਜਿਹੜਾ SKM ਦਾ ਚੈਪਟਰ ਉਹਨਾਂ ਨੇ ਪ੍ਰੋਗਰਾਮ ਇਹ ਕੀਤਾ। ਪਰ ਤੁਸੀਂ ਨਹੀਂ ਸਮਝਦੇ ਡੱਲੇਵਾਲ ਸਾਹਿਬ ਵੀ ਇਸ ਤਰੀਕੇ ਨਾਲ ਜੇ ਆਪਸ 'ਚ ਕੋਆਰਡੀਨੇਸ਼ਨ ਨਹੀਂ ਰਹੂਗੀ ਤਾਂ ਫਿਰ ਉਹਦਾ ਦਬਾਅ ਜਾਂ ਉਹਦਾ ਪ੍ਰਭਾਵ ਕੀ ਹੋਏਗਾ?
ਕੀ ਫਿਰ ਇਹ ਬਾਕੀ ਜਥੇਬੰਦੀਆਂ ਨੇ ਨਹੀਂ ਸਮਝਿਆ ਵੀ ਅੱਜ ਜੇ ਫੰਕਸ਼ਨ ਸੀਗਾ ਤਾਂ ਕਾਹਦੇ ਵਾਸਤੇ ਫਿਰ ਇਹ ਰੱਖਣਾ ਸੀ? ਦੇਖੋ ਹੁਣ ਫਿਰ ਮੈਂ ਬੇਨਤੀ ਕਰਾਂ, ਹੂੰ ਇਹ ਹੁਣ ਮਤਲਬ ਜਿਹੜੀ ਅਸੀਂ ਬੈਠੇ ਆ ਜਿਹੜੀਆਂ 75-80 ਜਥੇਬੰਦੀਆਂ ਜਿਨ੍ਹਾਂ ਦੇ ਕੋਲ ਇਹ ਉਹਨਾਂ ਨੇ ਅਪੀਲ ਕੀਤੀ, ਹੋ ਸਕਦਾ ਉਹਨਾਂ ਨੇ ਇਹਨਾਂ ਕੋਲ ਅਪੀਲ ਨਾ ਕੀਤੀ ਹੋਵੇ ਇਹਨਾਂ ਵੀਰਾਂ ਕੋਲ, ਹੋ ਸਕਦਾ ਉਹਨਾਂ ਕੋਲ ਅਪੀਲ ਨਾ ਪਹੁੰਚੀ ਹੋਵੇ, ਸਾਡੇ ਕੋਲ ਅਪੀਲ ਪਹੁੰਚੀ ਅਸੀਂ ਉਹਨਾਂ ਮੰਨ ਲਈ। ਇਹ ਤਾਂ ਉਹਨਾਂ ਤੇ ਗੱਲ ਡਿਪੈਂਡ ਕਰਦੀ ਹੈ ਉਹਨਾਂ ਕੋਲ ਗਈ ਹੈ ਕਿ ਨਹੀਂ ਗਈ। ਸੋ ਗਰੇਵਾਲ ਸਾਹਿਬ ਹੁਣ ਕੋਈ ਗੁੰਜਾਇਸ਼ ਹੈ ਅੱਗੇ ਜਿਹੜੀ ਗੱਲ ਡੱਲੇਵਾਲ ਸਾਹਿਬ ਕਰ ਰਹੇ ਨੇ, ਕੋਈ ਸਰਕਾਰ ਇਸ ਬਾਬਤ ਵਿਚਾਰ ਸਕਦੀ ਹੈ? ਦੇਖੋ ਅਸੀਂ ਤਾਂ ਇਹਨਾਂ ਨੂੰ ਪ੍ਰਾਰਥਨਾ ਕਰਾਂਗੇ ਜੀ ਕਿ ਉਸ ਕਮੇਟੀ ਜਾ ਕੇ ਇਹਨਾਂ ਦੇ ਪ੍ਰਤੀਨਿਧੀ ਆਪਣੀ ਗੱਲ ਪੂਰੀ ਜ਼ਰੂਰ ਰੱਖਣ। ਚਰਚਾ ਤੋਂ ਬਿਨਾਂ ਕਦੇ ਕੋਈ ਗੱਲ ਨਹੀਂ ਹੋਇਆ ਕਰਦੀ ਤੇ ਚਰਚਾ ਉਹਦੇ ਚ ਕਰਨ ਦਾ ਪਲੇਟਫਾਰਮ ਇਹਨਾਂ ਕੋਲ ਹੈਗਾ। ਔਰ ਨਾਲ ਮੈਂ ਇਹਨਾਂ ਨੂੰ ਇਹ ਵੀ ਪ੍ਰਾਰਥਨਾ ਕਰੂੰਗਾ ਕਿ ਜਿਹੜੇ ਫਾਰਮਰ ਸੁਸਾਈਡ ਵਿਕਟਮ ਫੈਮਲੀਜ਼ ਨੇ ਉਹਨਾਂ ਤੇ ਇਹਨਾਂ ਡਿਮਾਂਡਸ ਨਾਲ ਕੁਝ ਨਹੀਂ ਹੋਣ ਵਾਲਾ। ਉਹਨਾਂ ਲਈ ਅਲੱਗ ਤੋਂ ਕੋਈ ਨੀਤੀ ਬਣਾਉਣ ਦੀ, ਉਹਨਾਂ ਲਈ ਅਲੱਗ ਤੋਂ ਕੋਈ ਸਹਾਇਕ ਧੰਦੇ ਕਰਨ ਦੀ, ਕਿਉਂਕਿ 2-2 ਬਿੱਗੇ ਜ਼ਮੀਨ ਤੇ ਉਹਨਾਂ ਦਾ ਗੁਜ਼ਾਰਾ ਨਹੀਂ ਹੋਣਾ। ਉਹ ਵੀ ਬਹੁਤ ਫਾਰਮਰਸ ਦੀਆਂ ਇਸ ਵੇਲੇ ਮੇਰਾ ਖਿਆਲ 10-12 ਹਜ਼ਾਰ ਫੈਮਲੀਜ਼ ਨੇ ਪੰਜਾਬ 'ਚ ਜਿਹੜੇ ਸੁਸਾਈਡ ਵਿਕਟਮ ਨੇ, ਤੇ ਉਹਨਾਂ ਲਈ ਵੀ ਇੱਕ ਅਲੱਗ ਤੋਂ ਉਸੇ ਪਲੇਟਫਾਰਮ ਤੇ ਗੱਲ ਕਰਨ। ਉਹ ਜ਼ਰੂਰ ਗੱਲ ਚੱਕਣੀ ਚਾਹੀਦੀ ਆ ਕਿਉਂਕਿ ਉਹ ਤਾਂ ਵੌਇਸਲੈਸ ਨੇ, ਉਹ ਤਾਂ ਆਰਮਲੈਸ ਨੇ, ਉਹ ਗਰੀਬ ਨੇ ਬਹੁਤ, ਗੁਰਬਤ ਦੀ ਚਲੋ ਠੀਕ ਹੈ, ਮੈਂ ਤੁਹਾਡੀ ਗੱਲ ਸਮਝ ਗਿਆ ਇਸ ਵੇਲੇ। ਪਰ ਕਿਉਂਕਿ ਮਸਲਾ ਜਿਹੜਾ ਹੈਗਾ ਉਹ ਕਾਨੂੰਨੀ ਗਰੰਟੀ ਦੇ ਵਿਚਕਾਰ ਅਟਕਿਆ ਹੋਇਆ, ਇਸ ਕਰਕੇ ਜਥੇਬੰਦੀਆਂ ਆਪਣੇ ਸਟੈਂਡ ਤੇ ਨੇ, ਸਰਕਾਰ ਆਪਣੇ ਸਟੈਂਡ ਤੇ ਹੈ। ਧੰਨਵਾਦ ਡੱਲੇਵਾਲ ਸਾਹਿਬ ਔਰ ਗਰੇਵਾਲ ਸਾਹਿਬ ਸਾਡੇ ਨਾਲ ਜੁੜਨ ਲਈ, ਆਪਣੀ ਗੱਲ ਰੱਖਣ ਦੇ ਲਈ। ਸੋ ਅੱਜ ਦਾ ਜਿਹੜਾ ਪ੍ਰੋਟੈਸਟ ਸੀ, ਹਾਲਾਂਕਿ ਉਸ ਦੇ ਵਿੱਚ ਸਾਰੀਆਂ ਜਥੇਬੰਦੀਆਂ ਸ਼ਾਮਲ ਨਹੀਂ ਹੋਈਆਂ, ਕੁਝ ਜਥੇਬੰਦੀਆਂ ਵੱਲੋਂ ਇਹ ਕਾਲ ਦਿੱਤੀ ਗਈ ਸੀ, ਪਰ ਆਪਸ ਦੇ ਵਿੱਚ ਵੀ ਤਾਲਮੇਲ ਦੀ ਕਮੀ ਰਹੀ ਹੈ। ਕਿਸਾਨ ਜਥੇਬੰਦੀਆਂ ਦੇ ਵਿੱਚ ਕੋਆਰਡੀਨੇਸ਼ਨ ਦੀ ਕਮੀ ਰਹੀ ਹੈ। ਕਈ ਜਥੇਬੰਦੀਆਂ ਕਹਿ ਰਹੀਆਂ ਨੇ, ਖਾਸ ਕਰਕੇ ਜਿਹੜੀਆਂ SKM ਦੀਆਂ ਜਿਹੜੀਆਂ ਨਾਨ ਪੋਲੀਟੀਕਲ ਆਪਣੇ ਆਪ ਨੂੰ ਕਹਿੰਦੀਆਂ ਨੇ, ਉਹ ਕਹਿ ਰਹੇ ਆ ਕਿ ਅਸੀਂ ਅੱਜ ਸ਼ਹੀਦ ਊਧਮ ਸਿੰਘ ਦੇ ਦਿਹਾੜੇ ਕਰਕੇ ਅਸੀਂ ਅੱਜ ਦੇ ਦਿਨ ਪ੍ਰੋਟੈਸਟ ਨਹੀਂ ਰੱਖਿਆ ਕਿ ਖੱਜਲ ਖੁਆਰੀ ਨਾ ਹੋਵੇ। ਪਰ ਕਈ ਜਥੇਬੰਦੀਆਂ ਨੇ ਇਹ ਪ੍ਰੋਟੈਸਟ ਰੱਖੇ ਨੇ। ਮੰਗ ਸਭ ਦੀ ਸਾਂਝੀ ਹੈ, ਉਹਨਾਂ ਦੇ ਆਪਸ 'ਚ ਮਤਭੇਦ ਹੋ ਸਕਦੇ ਨੇ, ਪਰ ਮੰਗ ਜਿਹੜੀ ਆ ਉਹ ਇੱਕੋ ਹੀ ਹੈ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ ਵੇਲਾ ਹੈ, ਜਲਦੀ ਵਾਪਸ ਆਉਣੇ।